ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਵਿਆਹ ਨੂੰ 3 ਮਹੀਨੇ ਹੋਏ ਸਨ। ਮੇਰੇ ਸਹੁਰੇ ਘਰ ਵਿੱਚ ਮੇਰਾ ਸਹੁਰਾ ਅਤੇ ਮੇਰਾ ਪਤੀ ਅਰਮਾਨ ਰਹਿੰਦੇ ਸਨ। ਮੇਰੀ ਸੱਸ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਮੇਰਾ ਸਹੁਰਾ ਬਹੁਤ ਚੰਗਾ ਇਨਸਾਨ ਸੀ। ਮੈਨੂੰ ਬਿਲਕੁਲ ਆਪਣੀ ਧੀ ਵਾਂਗ ਰੱਖਦਾ ਸੀ। ਇੱਕ ਵਾਰ ਸਾਡੇ ਦਰਵਾਜ਼ੇ 'ਤੇ ਦਸਤਕ ਹੋਈ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦਰਵਾਜ਼ੇ 'ਤੇ ਇੱਕ 17-18 ਸਾਲਾਂ ਦੀ ਕੁੜੀ ਖੜੀ ਸੀ। ਕੁਝ ਖਾਣਾ ਮੰਗ ਰਹੀ ਸੀ। ਮੈਂ ਉਸ ਦੀ ਹਥੇਲੀ 'ਤੇ ਕੁਝ ਪੈਸੇ ਰੱਖ ਦਿੱਤੇ। ਉਹ ਭਿੱਜੀਆਂ ਹੋਈਆਂ ਅੱਖਾਂ ਨਾਲ ਮੇਰੇ ਵੱਲ ਵੇਖਣ ਲੱਗੀ ਤੇ ਮੇਰੇ ਦਰਵਾਜ਼ੇ 'ਤੇ ਖੜੀ ਰਹੀ। ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ ਤੇ ਪੁੱਛਿਆ, ਕੀ ਹੋਇਆ ਤੈਨੂੰ? ਹੋਰ ਪੈਸੇ ਚਾਹੀਦੇ ਆ? ਉਸਨੇ ਨਾਂਹ ਵਿੱਚ ਸਿਰ ਹਿਲਾਇਆ। ਉਹ ਵੀ ਦਰਵਾਜ਼ੇ 'ਤੇ ਅਜੇ ਵੀ ਖੜੀ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੁੜੀ ਕੀ ਚਾਹੁੰਦੀ ਆ। ਮੈਂ ਉਸ ਨੂੰ ਪੁੱਛਿਆ, ਤੈਨੂੰ ਕੀ ਚਾਹੀਦਾ? ਉਸ ਕੁੜੀ ਦੀਆਂ ਅੱਖਾਂ ਵਿੱਚ ਹੰਝੂ ਸਨ। ਕਹਿਣ ਲੱਗੀ, ਮੇਰੇ ਕੋਲ ਰਹਿਣ ਲਈ ਕੋਈ ਥਾਂ ਨਹੀਂ। ਮੈਨੂੰ ਇਸ ਘਰ ਵਿੱਚ ਰਹਿਣ ਲਈ ਥੋੜ੍ਹੀ ਜਿਹੀ ਜਗ੍ਹਾ ਦੇ ਦਿਓ। ਮੈਂ ਉਸ ਕੁੜੀ ਦੀ ਗੱਲ ਸੁਣ ਕੇ ਘਬਰਾ ਗਈ। ਮੈਂ ਇੱਕ ਅਣਜਾਣ ਨੌਜਵਾਨ ਕੁੜੀ ਨੂੰ ਆਪਣੇ ਘਰ ਵਿੱਚ ਰਹਿਣ ਦੀ ਇਜਾਜ਼ਤ ਕਿਵੇਂ ਦੇ ਸਕਦੀ ਸੀ? ਮੈਂ ਇਸੇ ਸੋਚ ਵਿੱਚ ਡੁੱਬੀ ਰਹੀ ਕਿ ਉਦੋਂ ਹੀ ਮੇਰੇ ਸਹੁਰੇ ਦੀ ਆਵਾਜ਼ ਆਈ, ਬੇਟੇ ਦਰਵਾਜ਼ੇ 'ਤੇ ਕੌਣ ਆ? ਇਹ ਪੁੱਛਣ 'ਤੇ ਮੇਰਾ ਸਹੁਰਾ ਦਰਵਾਜ਼ੇ 'ਤੇ ਆ ਗਿਆ। ਮੈਂ ਕਿਹਾ, ਪਾਪਾ ਜੀ ਪਤਾ ਨਹੀਂ ਇਹ ਬੇਸਹਾਰਾ ਕੁੜੀ ਕੌਣ ਆ। ਇਹ ਕੁਝ ਮਦਦ ਮੰਗ ਰਹੀ ਆ ਤੇ ਇੱਥੇ ਹੀ ਰਹਿਣ ਲਈ ਕਹਿ ਰਹੀ ਆ। ਮੇਰੀ ਗੱਲ ਸੁਣੋ, ਤੁਸੀਂ ਇਸ ਨੂੰ ਆਪਣੇ ਘਰ ਵਿੱਚ ਰੱਖ ਲਓ। ਤੂੰ ਵੀ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੀ ਆ। ਮਦਦ ਕਰਨ ਵਾਲਾ ਕੋਈ ਤਾਂ ਹੋਣਾ ਚਾਹੀਦਾ। ਉਸ ਗਰੀਬ ਨੂੰ ਵੀ ਸਹਾਰਾ ਮਿਲ ਜਾਵੇਗਾ। ਤੇ ਮੇਰੇ ਸਹੁਰੇ ਦੇ ਕਹਿਣ 'ਤੇ ਮੈਂ ਹਾਂ 'ਚ ਹਾਂ ਮਿਲਾ ਦਿੱਤੀ। ਅਤੇ ਫਿਰ ਮੈਂ ਕਿਉਂ ਆਪਣੇ ਸਹੁਰੇ ਦੇ ਸਾਹਮਣੇ ਜ਼ੁਬਾਨ ਚਲਾਉਂਦੀ ਤੇ ਆਪਣੇ ਸਹੁਰੇ ਨੂੰ ਆਖਦੀ ਕਿ ਪਿਤਾ ਜੀ ਇਹ ਗਲਤ ਆ। ਇਸੇ ਤਰ੍ਹਾਂ ਅਸੀਂ ਕਿਸੇ ਅਜਨਬੀ ਨੂੰ ਆਪਣੇ ਘਰ ਨਹੀਂ ਰੱਖ ਸਕਦੇ। ਮੈਂ ਆਪਣੇ ਸਹੁਰੇ ਦੀ ਗੱਲ ਮੰਨ ਲਈ। ਪਰਿਵਾਰ ਵਾਰ-ਵਾਰ ਇਹ ਗੱਲ ਮੇਰੇ ਦਿਮਾਗ ਵਿੱਚ ਆਉਂਦੀ ਰਹਿੰਦੀ ਕਿ ਮੇਰਾ ਸਹੁਰਾ ਵੀ ਅਜੀਬ ਸੀ। ਜਦੋਂ ਇੱਕ ਕੁੜੀ ਭੀਖ ਮੰਗਣ ਆਈ ਤੇ ਰਹਿਣ ਲਈ ਛੱਤ ਮੰਗੀ ਤਾਂ ਮੇਰੇ ਸਹੁਰੇ ਨੇ ਤੁਰੰਤ ਹਾਮੀ ਭਰ ਦਿੱਤੀ। ਉਹ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਮੇਰੀ ਮਦਦ ਕਰਦੀ। ਮੈਂ ਜੋ ਵੀ ਕੰਮ ਆਖਦੀ ਉਹ ਤੁਰੰਤ ਕਰ ਦਿੰਦੀ। ਮੈਂ ਜੋ ਵੀ ਖਾਣਾ ਦਿੰਦੀ ਉਹ ਖਾ ਲੈਂਦੀ। ਬਸ ਹਮੇਸ਼ਾ ਚੁੱਪ ਰਹਿੰਦੀ। ਮੈਂ ਉਸ ਦੀਆਂ ਅੱਖਾਂ ਵਿੱਚ ਚੁੱਪ ਅਤੇ ਡਰ ਮਹਿਸੂਸ ਕਰ ਸਕਦੀ ਸੀ। ਪਰ ਮੈਨੂੰ ਸਭ ਤੋਂ ਅਜੀਬ ਗੱਲ ਇਹ ਮਹਿਸੂਸ ਹੋਈ ਕਿ ਜਦੋਂ ਤੋਂ ਉਹ ਕੁੜੀ ਆਈ ਸੀ, ਮੇਰਾ ਸਹੁਰਾ ਆਪਣੇ ਸਾਰੇ ਕੰਮ ਉਸ ਕੁੜੀ ਤੋਂ ਕਰਵਾਉਣ ਲਈ ਕਹਿੰਦਾ। ਜੇਕਰ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਉਹ ਲੜਕੀ ਨੂੰ ਆਪਣੇ ਕਮਰੇ ਵਿੱਚ ਬੁਲਾਉਣ ਦੇ ਬਹਾਨੇ ਲੱਭਦਾ ਰਹਿੰਦਾ ਤੇ ਰਾਤ ਹੁੰਦੇ ਹੀ ਮੇਰਾ ਸਹੁਰਾ ਉਸ ਕੁੜੀ ਨੂੰ ਆਪਣੇ ਕਮਰੇ 'ਚ ਬੁਲਾ ਲੈਂਦਾ ਤੇ ਕਹਿੰਦਾ, ਮੇਰੇ ਪੈਰ ਦੁਖ ਰਹੇ ਹਨ, ਥੋੜ੍ਹੀ ਜਿਹੀ ਮਾਲਿਸ਼ ਕਰ ਦੇ। ਤੇ ਜਦੋਂ ਸੁਮਨ ਤੇਲ ਦੀ ਕਟੋਰੀ ਲੈ ਕੇ ਮਾਲਿਸ਼ ਕਰਨ ਜਾਂਦੀ ਤਾਂ ਕਈ ਘੰਟੇ ਆਪਣੇ ਸਹੁਰੇ ਦੇ ਕਮਰੇ ਵਿੱਚ ਲਗਾਉਂਦੀ ਅਤੇ ਜਦੋਂ ਉਹ ਬਾਹਰ ਆਉਂਦੀ ਤਾਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਿੱਜੀਆਂ ਹੁੰਦੀਆਂ। ਉਸ ਦਾ ਹੁਲੀਆ ਵਿਗੜਿਆ ਹੁੰਦਾ। ਮੈਨੂੰ ਅਜੀਬ ਲੱਗਦਾ। ਕਈ ਵਾਰ ਜਦੋਂ ਮੈਂ ਦਰਵਾਜ਼ੇ ਦੇ ਸਾਹਮਣੇ ਤੋਂ ਲੰਘਦੀ ਤਾਂ ਕੁਝ ਅਜਿਹੀਆਂ ਆਵਾਜ਼ਾਂ ਆਉਂਦੀਆਂ ਜਿਨ੍ਹਾਂ ਨੂੰ ਸੁਣ ਕੇ ਮੇਰੇ ਦਿਮਾਗ ਵਿੱਚ ਗਲਤ ਗੱਲਾਂ ਆਉਂਦੀਆਂ। ਇੱਕ ਦਿਨ ਮੈਂ ਰਸੋਈ ਵਿੱਚ ਸਬਜ਼ੀ ਬਣਾ ਰਹੀ ਸੀ। ਸੁਮਨ ਭਾਂਡੇ ਧੋ ਰਹੀ ਸੀ ਤਾਂ ਮੇਰਾ ਸਹੁਰਾ ਕਹਿਣ ਲੱਗਿਆ, ਬੇਟਾ ਮੇਰੇ ਪੈਰਾਂ ਵਿੱਚ ਬਹੁਤ ਦਰਦ ਆ। ਤੂੰ ਜਿਹਾ ਕਰ, ਬਾਕੀ ਬਚੇ ਭਾਂਡੇ ਆਪ ਸਾਫ਼ ਕਰ ਲੈ ਤੇ ਸੁਮਨ ਨੂੰ ਮੇਰੇ ਕਮਰੇ 'ਚ ਭੇਜ ਦੇ। ਉਹ ਮੇਰੇ ਪੈਰਾਂ ਦੀ ਮਾਲਿਸ਼ ਕਰੇਗੀ। ਸੁਮਨ ਨੇ ਅਜੇ ਤੱਕ ਮੇਰੇ ਸਹੁਰੇ ਨੂੰ ਨਹੀਂ ਦੇਖਿਆ ਸੀ। ਉਹ ਬਰਤਨ ਸਾਫ਼ ਕਰਨ 'ਚ ਰੁੱਝੀ ਹੋਈ ਸੀ। ਮੈਂ ਹਾਂ ਵਿੱਚ ਸਿਰ ਹਿਲਾਇਆ। ਮੇਰਾ ਸਹੁਰਾ ਚਲਾ ਗਿਆ। ਮੈਂ ਸੁਮਨ ਨੂੰ ਬੁਲਾਇਆ, ਸੁਮਨ ਪਾਪਾ ਜੀ ਤੈਨੂੰ ਬੁਲਾ ਰਹੇ ਆ, ਉਹਨਾਂ ਦੇ ਪੈਰਾਂ ਦੀ ਮਾਲਿਸ਼ ਕਰ ਦੇ। ਮੇਰੀ ਗੱਲ ਸੁਣ ਕੇ ਸੁਮਨ ਝੱਟ ਚਲੀ ਗਈ। ਮੈਨੂੰ ਅਹਿਸਾਸ ਹੋਇਆ ਕਿ ਸੁਮਨ ਹਮੇਸ਼ਾ ਡਰੀ ਰਹਿੰਦੀ ਆ। ਉਦੋਂ ਹੀ ਮੈਂ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹਾ ਡਰ ਦੇਖਿਆ। ਉਸਨੇ ਜਲਦੀ ਆਪਣੇ ਹੱਥ ਸਾਫ਼ ਕੀਤੇ ਅਤੇ ਕੌਲੀ ਵਿੱਚ ਤੇਲ ਪਾਇਆ ਤੇ ਮੇਰੇ ਤੋਂ ਅੱਖਾਂ ਚੁਰਾਉਂਦੀ ਹੋਈ ਚਲੀ ਗਈ। ਮੈਂ ਸਮਝ ਨਹੀਂ ਸਕੀ ਇਹ ਸਭ ਕੀ ਸੀ। ਇਸ ਤੋਂ ਬਾਅਦ ਮੈਂ ਕੱਪ ਵਿੱਚ ਚਾਹ ਪਾਈ ਤੇ ਆਪਣੇ ਕਮਰੇ ਵਿੱਚ ਆ ਗਈ, ਜਿੱਥੇ ਮੇਰਾ ਪਤੀ ਅਰਮਾਨ ਬੈੱਡ 'ਤੇ ਬੈਠਾ ਸੀ, ਕੋਈ ਦਫ਼ਤਰ ਦਾ ਕੰਮ ਕਰ ਰਿਹਾ ਸੀ। ਮੈਂ ਚਾਹ ਉਸਦੇ ਅੱਗੇ ਰੱਖ ਕੇ ਚੁੱਪਚਾਪ ਬੈਠ ਗਈ। ਮੈਨੂੰ ਚੁੱਪ ਬੈਠੀ ਦੇਖ ਕੇ ਅਰਮਾਨ ਬੋਲਿਆ, ਕੀ ਗੱਲ ਆ, ਕੀ ਸੋਚ ਰਹੀ ਆ? ਅਰਮਾਨ ਦੀ ਗੱਲ ਸੁਣ ਕੇ ਮੈਂ ਝੱਟ ਅਰਮਾਨ ਨੂੰ ਕਿਹਾ ਕਿ ਇਹ ਕੁੜੀ ਸੁਮਨ ਮੈਨੂੰ ਬਹੁਤ ਅਜੀਬ ਲੱਗ ਰਹੀ ਆ। ਅਰਮਾਨ, ਤੁਸੀਂ ਆਪ ਹੀ ਸੋਚੋ ਕਿ ਇੱਕ ਇਕੱਲੀ ਕੁੜੀ ਮੁਟਿਆਰ ਇੱਥੇ ਕੀ ਕਰ ਰਹੀ ਆ? ਉਸ ਦੇ ਅੱਗੇ ਪਿੱਛੇ ਕੋਈ ਆਪਣਾ ਨਹੀਂ ਜੋ ਉਸ ਨੂੰ ਥੋੜ੍ਹਾ ਜਿਹਾ ਸਹਾਰਾ ਦੇ ਸਕੇ। ਅਰਮਾਨ, ਜ਼ਰੂਰ ਕੁਝ ਨਾ ਕੁਝ ਗੜਬੜ ਆ। ਮੈਨੂੰ ਦਾਲ 'ਚ ਕੁਝ ਕਾਲਾ ਲੱਗਦਾ ਤੇ ਅਰਮਾਨ, ਮੈਨੂੰ ਸੁਮਨ ਦੀਆਂ ਗੱਲਾਂ ਵਿੱਚ ਇੱਕ ਅਜੀਬ ਜਿਹਾ ਦਰਦ ਮਹਿਸੂਸ ਹੁੰਦਾ। ਫਿਰ ਪਾਪਾ ਜੀ ਵੀ ਆਪਣੇ ਸਾਰੇ ਕੰਮ ਸੁਮਨ ਤੋਂ ਕਿੰਨੇ ਅਧਿਕਾਰ ਨਾਲ ਕਰਵਾਉਂਦੇ ਹਨ, ਜਿਵੇਂ ਉਹ ਉਹਨਾਂ ਦੀ। ਮੈਂ ਆਖਰੀ ਗੱਲ ਅਧੂਰੀ ਛੱਡ ਦਿੱਤੀ। ਮੈਂ ਸੋਚਿਆ ਕਿ ਅਰਮਾਨ ਨੂੰ ਸ਼ਾਇਦ ਬੁਰਾ ਨਾ ਲੱਗੇ। ਆਪਣੀ ਗੱਲ ਜਾਰੀ ਰੱਖਦੇ ਹੋਏ ਮੈਂ ਫਿਰ ਕਿਹਾ, ਅਰਮਾਨ, ਉਸ ਕੁੜੀ ਦਾ ਰਵੱਈਆ ਮੇਰੇ ਲਈ ਬਹੁਤ ਅਜੀਬ ਆ। ਹਰ ਵਕਤ ਉਹ ਰੋਂਦੀ ਰੋਂਦੀ ਲੱਗਦੀ ਆ। ਜਦੋਂ ਵੀ ਆਵਾਜ਼ ਮਾਰਦੇ ਆ ਉਹ ਪੂਰੀ ਤਰ੍ਹਾਂ ਡਰ ਜਾਂਦੀ ਆ। ਅਰਮਾਨ, ਕਦੇ-ਕਦੇ ਮੈਨੂੰ ਲੱਗਦਾ ਕਿ ਸੁਮਨ ਨੂੰ ਘਰ ਰੱਖ ਕੇ ਮੈਂ ਕੋਈ ਗਲਤੀ ਤਾਂ ਨਹੀਂ ਕੀਤੀ। ਪਤਾ ਨਹੀਂ ਕਿਉਂ ਅਰਮਾਨ, ਮੈਨੂੰ ਮਹਿਸੂਸ ਹੁੰਦਾ ਕਿ ਇਸ ਘਰ ਦੇ ਵਿੱਚ ਸੁਮਨ ਨਾਲ ਕੁਝ ਗਲਤ ਹੋ ਰਿਹਾ।
ਨਹੀਂ ਤਾਂ ਉਹ ਹਰ ਸਮੇਂ ਉਦਾਸ ਕਿਉਂ ਰਹਿੰਦੀ ਆ। ਉਸ ਨੂੰ ਖਾਣ ਲਈ 2 ਵਕਤ ਦੀ ਰੋਟੀ ਤੇ ਰਹਿਣ ਦੀ ਲਈ ਛੱਤ ਦੀ ਲੋੜ ਆ। ਉਹ ਇਸ ਘਰ ਵਿੱਚ ਉਸ ਨੂੰ ਮਿਲ ਰਹੀ ਆ, ਫਿਰ ਵੀ ਉਹ ਇੰਨੀ ਉਦਾਸ ਕਿਉਂ ਰਹਿੰਦੀ ਆ। ਉਹ ਹਰ ਸਮੇਂ ਕਿਉਂ ਰੋਂਦੀ ਰਹਿੰਦੀ ਆ। ਅੱਜ ਮੈਂ ਆਪਣੇ ਦਿਲ ਦੀ ਸਾਰੀ ਗੱਲ ਅਰਮਾਨ ਦੇ ਸਾਹਮਣੇ ਖੋਲ੍ਹ ਦਿੱਤੀ। ਮੇਰੀ ਗੱਲ ਸੁਣ ਕੇ ਅਰਮਾਨ ਨੇ ਆਪਣਾ ਲੈਪਟਾਪ ਬੰਦ ਕਰ ਦਿੱਤਾ ਤੇ ਕਿਹਾ, ਕੋਮਲ ਤੂੰ ਸੋਚਣ ਬਹੁਤ ਲੱਗ ਗਈ ਆ। ਜੇ ਤੇ ਕੋਈ ਉਸ ਨੂੰ ਦਰਦ ਹੁੰਦਾ ਤਾਂ ਉਹ ਸਾਡੇ ਘਰ ਨਾ ਰਹਿੰਦੀ, ਉਹ ਇੱਥੇ ਵੀ ਜਾ ਸਕਦੀ ਸੀ। ਅਤੇ ਤੂੰ ਆਖਦੀ ਆ ਕਿ ਉਸ ਕੋਲ ਆਪਣੀ ਜਗ੍ਹਾ ਨਹੀਂ। ਉਸ ਕੋਲ ਹੁੰਦੀ ਤਾਂ ਉਹ ਇੱਥੇ ਰਹਿਣ ਲਈ ਕਿਉਂ ਆਉਂਦੀ। ਯਕੀਨਨ ਇਸ ਦੁਨੀਆ ਵਿੱਚ ਉਸ ਦਾ ਕੋਈ ਨਹੀਂ, ਇਸ ਲਈ ਉਹ ਇੱਥੇ ਰਹਿ ਰਹੀ ਆ। ਅਤੇ ਕਿੰਨੀ ਚੰਗੀ ਕੁੜੀ ਆ, ਉਹ ਤੇਰੇ ਕੰਮ ਵਿੱਚ ਤੇਰੀ ਮਦਦ ਕਰਦੀ ਆ ਅਤੇ ਕੋਈ ਕੰਮ ਲਈ ਮਨਾ ਵੀ ਨਹੀਂ ਕਰਦੀ। ਮੈਂ ਤੇਰੀਆਂ ਸਾਰੀਆਂ ਗੱਲਾਂ ਸਵੀਕਾਰ ਕਰਦਾ ਹਾਂ। ਉਹ ਪਿਤਾ ਜੀ ਦੀ ਸੇਵਾ ਕਰਦੀ ਆ, ਇਸ ਲਈ ਤੂੰ ਵੀ ਇਸ ਕੰਮ ਤੋਂ ਮੁਕਤ ਹੋ ਗਈ ਆ। ਤਾਂ ਪਹਿਲਾਂ ਪਿਤਾ ਜੀ ਦੇ ਸਾਰੇ ਕੰਮ ਤੈਨੂੰ ਕਰਨੇ ਪੈਂਦੇ ਸੀ। ਇਹ ਕਹਿ ਕੇ ਅਰਮਾਨ ਜੀ ਆਪਣੇ ਲੈਪਟਾਪ 'ਚ ਰੁੱਝ ਗਏ। ਉਹ ਸ਼ਾਇਦ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਮੈਂ ਇਸ ਮਾਮਲੇ ਬਾਰੇ ਖੁੱਲ੍ਹ ਕੇ ਗੱਲ ਕਰਨਾ ਚਾਹੁੰਦੀ ਸੀ ਕਿਉਂਕਿ ਮੈਂ ਬਹੁਤ ਹਿੰਮਤ ਕੀਤੀ ਸੀ। ਮੈਂ ਇਹ ਸਭ ਅਰਮਾਨ ਨੂੰ ਆਖਦੀ ਅਤੇ ਅਜਿਹਾ ਨਾ ਹੋਵੇ ਕਿ ਅਰਮਾਨ ਨੂੰ ਆਪਣੇ ਪਿਤਾ ਲਈ ਬੁਰਾ ਲੱਗੇ। ਮੈਂ ਫਿਰ ਆਪਣੀ ਗੱਲ ਜਾਰੀ ਰੱਖੀ, ਅਰਮਾਨ ਇਹ ਗੱਲ ਮੈਨੂੰ ਅਜੀਬ ਲੱਗਦੀ ਆ। ਪਹਿਲਾਂ ਪਿਤਾ ਜੀ ਸਾਰੇ ਕੰਮ ਮੇਰੇ ਤੋਂ ਕਰਵਾਉਂਦੇ ਸਨ, ਪਰ ਜਦੋਂ ਤੋਂ ਕੁੜੀ ਆਈ ਆ ਪਾਪਾ ਕਹਿੰਦੇ ਹਨ ਕਿ ਮੇਰਾ ਸਾਰਾ ਕੰਮ ਸੁਮਨ ਕਰੇਗੀ, ਭਾਵੇਂ ਮੈਂ ਕਰ ਵੀ ਦਿੰਦੀ ਉਹ ਮੈਨੂੰ ਫਿਰ ਵੀ ਇਨਕਾਰ ਕਰਦੇ ਆ। ਮੇਰੀ ਗੱਲ ਸੁਣ ਕੇ ਅਰਮਾਨ ਬੋਲੇ, ਕੋਮਲ ਤੂੰ ਵੀ ਅਜੀਬ ਜਿਹੀ ਹੋ ਗਈ ਆ। ਪਹਿਲਾਂ ਜਦੋਂ ਤੂੰ ਪਿਤਾ ਜੀ ਦਾ ਕੰਮ ਕਰਦੀ ਤਾਂ ਕਹਿੰਦੀ ਸੀ ਕਿ ਘਰ ਵਿੱਚ ਬਹੁਤ ਕੰਮ ਆ, ਮੈਂ ਥੱਕ ਜਾਂਦੀ ਆ। ਅਤੇ ਹੁਣ ਜਦੋਂ ਪਿਤਾ ਜੀ ਨੇ ਆਪਣੇ ਲਈ ਕੰਮ ਵਾਲੀ ਰੱਖ ਲਈ ਆ ਤਾਂ ਫਿਰ ਵੀ ਤੈਨੂੰ ਸਮੱਸਿਆ ਕੀ। ਪਿਤਾ ਜੀ ਉਸ ਕੁੜੀ ਤੋਂ ਸਾਰੇ ਕੰਮ ਕਿਉਂ ਕਰਵਾਉਂਦੇ ਆ। ਆਖਰ ਤੇਰੀ ਸਮੱਸਿਆ ਕੀ ਆ। ਅਰਮਾਨ ਨੇ ਇਸ ਵਾਰ ਮੈਨੂੰ ਥੋੜ੍ਹਾ ਝਿੜਕਦੇ ਹੋਏ ਕਿਹਾ। ਅਰਮਾਨ ਦਾ ਖਰਾਬ ਮੂਡ ਦੇਖ ਕੇ ਮੈਂ ਚੁੱਪ ਹੋ ਗਈ। ਮੈਂ ਅਰਮਾਨ ਨੂੰ ਇਹ ਨਹੀਂ ਦੱਸ ਸਕੀ ਕਿ ਮੈਨੂੰ ਪਾਪਾ ਜੀ ਦੀ ਇਹ ਗੱਲ ਬਿਲਕੁਲ ਪਸੰਦ ਨਹੀਂ। ਉਹ ਰਾਤ ਨੂੰ ਸੁਮਨ ਨੂੰ ਆਪਣੇ ਕਮਰੇ 'ਚ ਬੁਲਾ ਕੇ ਆਪਣੇ ਪੈਰਾਂ ਦੀ ਮਾਲਿਸ਼ ਕਰਵਾਉਣ ਅਤੇ ਫਿਰ ਉਸ ਨੂੰ ਘੰਟਿਆਂ ਲਈ ਬਾਹਰ ਨਾ ਭੇਜਣ। ਮੈਂ ਸੋਚਿਆ ਜੇਕਰ ਮੈਂ ਇਹ ਗੱਲ ਅਰਮਾਨ ਨੂੰ ਦੱਸੀ ਤਾਂ ਅਰਮਾਨ ਨੂੰ ਬਹੁਤ ਗੁੱਸਾ ਆ ਜਾਵੇਗਾ ਅਤੇ ਉਹ ਕਹੇਗਾ ਕਿ ਤੂੰ ਮੇਰੇ ਪਿਤਾ 'ਤੇ ਸ਼ੱਕ ਕਰ ਰਹੀ ਆ। ਹਾਲਾਂਕਿ ਮਾਮਲਾ ਸ਼ੱਕੀ ਸੀ। 50 ਸਾਲਾਂ ਦਾ ਵਿਅਕਤੀ ਨੇ 17 ਸਾਲ ਦੀ ਲੜਕੀ ਨਾਲ 3 ਘੰਟੇ ਕਮਰੇ 'ਚ ਕੀ ਕੀਤਾ। ਇਹ ਸਵਾਲ ਮੇਰੇ ਮਨ ਨੂੰ ਪਰੇਸ਼ਾਨ ਕਰ ਰਿਹਾ ਸੀ। ਮੈਂ ਅਰਮਾਨ ਕੋਲੋਂ ਚਾਹ ਦਾ ਕੱਪ ਚੁੱਕਿਆ ਅਤੇ ਵਾਪਸ ਰਸੋਈ 'ਚ ਆ ਗਈ। ਮੈਂ ਚਾਹ ਵਾਲੇ ਭਾਂਡੇ ਧੋ ਰਹੀ ਸੀ ਅਤੇ ਮੇਰੀ ਨਿਗਾਹ ਪਾਪਾ ਜੀ ਦੇ ਕਮਰੇ ਵੱਲ ਸੀ। ਮੈਂ ਸੁਮਨ ਦੀ ਉਡੀਕ ਕਰ ਰਹੀ ਸੀ, ਉਹ ਕਦੋਂ ਬਾਹਰ ਆਵੇਗੀ। ਮੈਂ ਚਾਹ ਦੇ ਭਾਂਡੇ ਧੋਤੇ ਅਤੇ ਸਬਜ਼ੀ ਵੀ ਤਿਆਰ ਕਰ ਦਿੱਤੀ, ਬਸ ਰੋਟੀ ਬਣਾਉਣ ਦੀ ਤਿਆਰੀ ਸੀ। ਮੈਂ ਸੁਮਨ ਨੂੰ ਪਿਤਾ ਜੀ ਦੇ ਕਮਰੇ ਵਿੱਚੋਂ ਬਾਹਰ ਨਿਕਲਦੇ ਦੇਖਿਆ। ਸੁਮਨ ਅੱਖਾਂ ਸਾਫ਼ ਕਰਦੀ ਹੋਈ ਪੌੜੀਆਂ ਵੱਲ ਜਾ ਰਹੀ ਸੀ। ਸ਼ਾਇਦ ਸੁਮਨ ਨੇ ਮੈਨੂੰ ਦੇਖਿਆ ਹੀ ਨਹੀਂ। ਮੇਰੇ ਮਨ ਵਿੱਚ ਪਿਤਾ ਜੀ ਦੇ ਲਈ ਫਿਰ ਤੋਂ ਗਲਤ ਵਿਚਾਰ ਆਉਣ ਲੱਗੇ ਕਿ ਉਹ ਮਾਸੂਮ ਬੱਚੀ ਨਾਲ ਕੁਝ ਗਲਤ ਕਰ ਰਹੇ ਆ। ਪਾਪਾ ਜੀ ਨੂੰ ਇਸ ਉਮਰ ਵਿੱਚ ਗਲਤ ਕੰਮ ਕਰਦੇ ਹੋਏ ਸ਼ਰਮ ਨਹੀਂ ਆਉਂਦੀ। ਇਹ ਸਾਰੀਆਂ ਗੱਲਾਂ ਮੈਨੂੰ ਮੇਰੇ ਸਹੁਰੇ ਦੇ ਵਿਰੁੱਧ ਕਰ ਰਹੀਆਂ ਸੀ। ਅਗਲੇ ਦਿਨ ਰੂਟੀਨ ਅਨੁਸਾਰ ਸੁਮਨ ਰਸੋਈ ਵਿੱਚ ਨਾਸ਼ਤਾ ਬਣਾ ਰਹੀ ਸੀ। ਮੈਂ ਨਾਸ਼ਤੇ ਦੀ ਮੇਜ਼ 'ਤੇ ਨਾਸ਼ਤਾ ਰੱਖ ਰਹੀ ਸੀ। ਜਦੋਂ ਨਾਸ਼ਤਾ ਤਿਆਰ ਹੋ ਗਿਆ ਤਾਂ ਮੈਂ ਅਰਮਾਨ ਅਤੇ ਪਾਪਾ ਜੀ ਨੂੰ ਨਾਸ਼ਤਾ ਕਰਨ ਲਈ ਕਿਹਾ। ਸੁਮਨ ਰਸੋਈ ਦੇ ਕੋਨੇ 'ਚ ਡਰੀ ਹੋਈ ਖੜੀ ਸੀ। ਮੈਨੂੰ ਉਸ ਦੇ ਤਰਸ ਆਇਆ। ਮੈਂ ਕਿਹਾ, ਸੁਮਨ ਤੂੰ ਵੀ ਆ ਜਾ, ਸਾਡੇ ਨਾਲ ਨਾਸ਼ਤਾ ਕਰ ਲੈ। ਪਹਿਲਾਂ ਤਾਂ ਉਸਨੇ ਇਨਕਾਰ ਕਰ ਦਿੱਤਾ, ਪਰ ਮੇਰੇ ਵਾਰ-ਵਾਰ ਕਹਿਣ 'ਤੇ ਨਾਸ਼ਤੇ ਦੀ ਮੇਜ਼ 'ਤੇ ਆ ਗਈ ਤੇ ਆ ਕੇ ਬੈਠ ਗਈ। ਉਹ ਡਰਦੀ ਹੋਈ ਨਾਸ਼ਤਾ ਕਰਨ ਲੱਗੀ। ਮੇਰੇ ਸਹੁਰੇ ਦੀ ਨਿਗਾਹ ਬਾਰ-ਬਾਰ ਸੁਮਨ ਵੱਲ ਜਾ ਰਹੀ ਸੀ। ਉਹ ਸੁਮਨ ਨੂੰ ਬੜੇ ਪਿਆਰ ਨਾਲ ਦੇਖ ਰਿਹਾ ਸੀ ਤੇ ਅੱਖਾਂ ਹੀ ਅੱਖਾਂ ਵਿੱਚ ਉਸ ਨੂੰ ਦਿਲਾਸਾ ਦੇ ਰਿਹਾ ਸੀ ਕਿ ਚਿੰਤਾ ਨਾ ਕਰ। ਮੈਂ ਸਮਝ ਗਈ ਸੀ ਕਿ ਪਿਤਾ ਜੀ ਦੀਆਂ ਅੱਖਾਂ ਵਿੱਚ ਸੁਮਨ ਲਈ ਜੋ ਪਿਆਰ ਸੀ ਉਹ ਪਿਓ ਧੀ ਦਾ ਪਿਆਰ ਤਾਂ ਬਿਲਕੁਲ ਨਹੀਂ ਸੀ। ਜਦੋਂ ਪਾਪਾ ਜੀ ਨਾਸ਼ਤਾ ਖਤਮ ਕਰਕੇ ਉੱਠਣ ਲੱਗੇ ਤਾਂ ਸੁਮਨ ਨੂੰ ਉੱਠਦੇ ਹੋਏ ਕਿਹਾ, ਜਦੋਂ ਤੂੰ ਨਾਸ਼ਤਾ ਖਤਮ ਕਰ ਲਿਆ ਤਾਂ ਚਾਹ ਦਾ ਕੱਪ ਲੈ ਕੇ ਮੇਰੇ ਕਮਰੇ 'ਚ ਆ ਜਾਵੀਂ। ਜਦੋਂ ਪਿਤਾ ਜੀ ਨੇ ਇਹ ਕਿਹਾ ਤਾਂ ਸੁਮਨ ਨੇ ਝੱਟ ਮੇਰੇ ਵੱਲ ਦੇਖਿਆ। ਉਸ ਦੀਆਂ ਅੱਖਾਂ ਵਿੱਚ ਡਰ ਉੱਭਰ ਆਇਆ ਅਤੇ ਇਸ ਘਬਰਾਹਟ ਵਿੱਚ ਗਰਮ ਚਾਹ ਉਸਨੇ ਆਪਣੇ ਹੱਥ 'ਤੇ ਪਾ ਲਈ। ਉਦੋਂ ਤੱਕ ਪਾਪਾ ਜੀ ਆਪਣੇ ਕਮਰੇ 'ਚ ਜਾ ਚੁੱਕੇ ਸਨ। ਮੈਂ ਝੱਟ ਸੁਮਨ ਦਾ ਹੱਥ ਫੜ ਲਿਆ ਅਤੇ ਸੁਮਨ ਨੂੰ ਪੁੱਛਿਆ, ਕਿ ਤੂੰ ਕੀ ਕਰ ਰਹੀ ਆ? ਤੇਰਾ ਹੱਥ ਸੜ ਗਿਆ। ਚੰਗਾ ਤੂੰ ਖੜੀ ਹੋ ਜਾ, ਮੈਂ ਤੇਰੇ ਹੱਥ 'ਤੇ ਕਰੀਮ ਲਾ ਦਿੰਦੀ ਆ। ਸੁਮਨ ਦਾ ਹੱਥ ਲਾਲ ਹੋ ਗਿਆ ਸੀ। ਮੈਂ ਉਸਦੇ ਸੜੇ ਹੋਏ ਹੱਥ 'ਤੇ ਕਰੀਮ ਲਗਾ ਕੇ ਉਸਨੂੰ ਉਸਦੇ ਕਮਰੇ 'ਚ ਭੇਜ ਦਿੱਤਾ ਅਤੇ ਮੈਂ ਟੁੱਟੇ ਹੋਏ ਕੱਪ ਦੇ ਟੁਕੜੇ ਚੁੱਕ ਕੇ ਪਾਪਾ ਜੀ ਦੇ ਲਈ ਚਾਹ ਬਣਾਉਣ ਲੱਗ ਪਈ। ਚਾਹ ਬਣਾ ਕੇ ਪਿਤਾ ਜੀ ਦੇ ਕਮਰੇ ਵਿੱਚ ਲੈ ਗਈ। ਮੈਨੂੰ ਆਪਣੇ ਕਮਰੇ 'ਚ ਦੇਖ ਕੇ ਪਿਤਾ ਜੀ ਕਹਿਣ ਲੱਗੇ, ਕੋਮਲ ਬੇਟਾ ਤੂੰ ਕਿਉਂ ਤੰਗ ਹੋ ਰਹੀ ਆ? ਤੂੰ ਸੁਮਨ ਨੂੰ ਮੇਰੇ ਕਮਰੇ 'ਚ ਭੇਜ ਦਿੰਦੀ, ਉਸ ਤੋਂ ਕੁਝ ਕੰਮ ਕਰਵਾਓ। ਮੈਂ ਕਿਹਾ, ਪਿਤਾ ਜੀ ਸੁਮਨ ਦਾ ਹੱਥ ਗਰਮ ਚਾਹ ਦੇ ਛਿੱਟੇ ਪੈਣ ਕਾਰਨ ਸੜ ਗਿਆ। ਮੈਂ ਕਰੀਮ ਲਗਾ ਦਿੱਤੀ ਆ, ਉਸ ਨੂੰ ਉਸਦੇ ਕਮਰੇ 'ਚ ਆਰਾਮ ਕਰਨ ਲਈ ਭੇਜ ਦਿੱਤਾ। ਮੈਨੂੰ ਅਹਿਸਾਸ ਹੋਇਆ ਕਿ ਪਾਪਾ ਜੀ ਦੀ
ਹੱਥ ਜਲਣ ਵਾਲੀ ਗੱਲ ਤੋਂ ਪਰੇਸ਼ਾਨ ਹੋ ਗਏ। ਥੋੜ੍ਹੀ ਦੇਰ ਬਾਅਦ ਉਹਨਾਂ ਨੇ ਕਿਹਾ, ਠੀਕ ਆ, ਜਦੋਂ ਉਹ ਹੇਠਾਂ ਆਵੇ ਤਾਂ ਮੇਰੇ ਕੋਲ ਭੇਜ ਦੇਵੀਂ। ਮੈਂ ਹਾਂ 'ਚ ਸਿਰ ਹਿਲਾਇਆ ਤੇ ਬਾਹਰ ਆ ਗਈ। ਮੈਂ ਬਾਹਰ ਆ ਕੇ ਦੇਖਿਆ ਕਿ ਸੁਮਨ ਰਸੋਈ ਵਿੱਚ ਬਰਤਨ ਧੋ ਰਹੀ ਸੀ। ਮੈਂ ਕਿਹਾ, ਕੀ ਕਰ ਰਹੀ ਆ? ਭਾਂਡੇ ਕਿਉਂ ਧੋ ਰਹੀ ਆ? ਤੇਰਾ ਤਾਂ ਹੱਥ ਸੜ ਗਿਆ ਸੀ। ਕੁਝ ਵੀ ਕਹੋ, ਮੈਨੂੰ ਉਸ ਕੁੜੀ ਨਾਲ ਪਿਆਰ ਸੀ। ਉਸ ਦੇ ਚਿਹਰੇ ਦੀ ਮਾਸੂਮੀਅਤ ਦੇਖ ਕੇ ਕਿਸੇ ਨੂੰ ਵੀ ਉਸ ਨਾਲ ਪਿਆਰ ਹੋ ਸਕਦਾ ਸੀ। ਅਤੇ ਫਿਰ ਬਾਕੀ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਮੇਰੇ ਲਈ ਇਨਸਾਨੀਅਤ ਸਭ ਤੋਂ ਪਹਿਲਾਂ ਸੀ। ਨਹੀਂ ਭੈਣ, ਮੈਂ ਕਰ ਲਵਾਂਗੀ, ਕਹਿ ਕੇ ਉਹ ਆਪਣਾ ਕੰਮ ਕਰਦੀ ਰਹੀ। ਮੈਂ ਕਿਹਾ, ਸੁਮਨ, ਪਿਤਾ ਜੀ ਤੈਨੂੰ ਆਪਣੇ ਕਮਰੇ ਵਿੱਚ ਬੁਲਾ ਰਹੇ ਹਨ, ਸ਼ਾਇਦ ਕੋਈ ਕੰਮ ਹੋਵੇਗਾ। ਮੇਰੀ ਗੱਲ ਸੁਣ ਕੇ ਭਾਂਡੇ ਧੋਂਦਿਆਂ ਉਸਦੇ ਹੱਥ ਰੁਕ ਗਏ ਤੇ ਉਸਨੇ ਮੇਰੇ ਵੱਲ ਮੁੜ ਕੇ ਦੇਖਿਆ। ਫਿਰ ਕਿਹਾ, ਭੈਣ ਜੀ, ਮੈਨੂੰ ਇਹ ਕੰਮ ਪੂਰਾ ਕਰਨ ਦਿਓ, ਮੈਂ ਫਿਰ ਆ ਜਾਵਾਂਗੀ। ਮੈਂ ਕਿਹਾ, ਜਿਵੇਂ ਤੇਰੀ ਮਰਜ਼ੀ। ਇੰਨੇ ਵਿੱਚ ਮੇਰੇ ਸਹੁਰੇ ਦੀ ਆਵਾਜ਼ ਆਈ, ਪੁੱਤਰ, ਸੁਮਨ ਨੂੰ ਤੂੰ ਮੇਰੇ ਕਮਰੇ ਵਿੱਚ ਭੇਜ ਦੇ, ਮੈਨੂੰ ਇੱਕ ਜ਼ਰੂਰੀ ਕੰਮ ਆ। ਸ਼ਾਇਦ ਉਸਨੇ ਸਾਡੀ ਗੱਲ ਸੁਣ ਲਈ ਕਿਉਂਕਿ ਉਹ ਰਸੋਈ ਦੇ ਦਰਵਾਜ਼ੇ 'ਤੇ ਹੀ ਖੜੇ ਸੀ। ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਸੁਮਨ ਹੱਥ ਪੂੰਝ ਕੇ ਮੇਰੇ ਸਹੁਰੇ ਦੇ ਮਗਰ ਤੁਰ ਪਈ। ਮੇਰੇ ਸਹੁਰੇ ਦੀ ਵੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇੰਨੇ ਕਿੰਨੇ ਕੁ ਕੰਮ ਹੁੰਦੇ ਹਨ ਉਹਨਾਂ ਨੂੰ ਸਾਰਾ ਦਿਨ। ਮੈਂ ਨੋਟ ਕੀਤਾ ਕਿ ਸੁਮਨ ਵੀ ਮੇਰੇ ਸਹੁਰੇ ਤੋਂ ਪਿੱਛਾ ਛਡਾਉਂਦੀ ਰਹਿੰਦੀ ਸੀ। ਮੇਰਾ ਸਹੁਰਾ ਵੀ ਉਸ ਨੂੰ ਆਪਣੇ ਕੰਮ ਵਿੱਚ ਉਲਝਾਈ ਰੱਖਦਾ ਸੀ। ਫਿਰ ਮੈਂ ਰਸੋਈ ਦੀ ਸਫਾਈ ਕਰਨ ਲੱਗ ਪਈ। ਸੁਮਨ ਇਸ ਵਾਰ ਵੀ ਕਾਫੀ ਦੇਰ ਬਾਅਦ ਮੇਰੇ ਸਹੁਰੇ ਦੇ ਕਮਰੇ ਤੋਂ ਬਾਹਰ ਆਈ। ਉਸ ਦੀਆਂ ਅੱਖਾਂ ਹਮੇਸ਼ਾ ਵਾਂਗ ਭਿੱਜੀਆਂ ਹੋਈਆਂ ਸੀ। ਮੈਂ ਬਾਹਰ ਵਿਹੜੇ ਵਿੱਚ ਵਿਛੇ ਮੰਜੇ 'ਤੇ ਬੈਠੀ ਸੀ। ਮੈਂ ਉਸ ਨੂੰ ਕਿਹਾ, ਸੁਮਨ, ਇੱਥੇ ਆ। ਉਹ ਡਰਦੀ ਹੋਈ ਮੇਰੇ ਕੋਲ ਆ ਕੇ ਖੜੀ ਹੋ ਗਈ। ਮੈਂ ਕਿਹਾ, ਸੁਮਨ, ਪਿਤਾ ਜੀ ਨੂੰ ਤੇਰੇ ਨਾਲ ਕੀ ਕੰਮ ਸੀ? ਸੁਮਨ ਨੇ ਕਿਹਾ, ਭੈਣ ਜੀ, ਉਹਨਾਂ ਨੇ ਆਪਣੀ ਅਲਮਾਰੀ ਸਾਫ਼ ਕਰਵਾਉਣੀ ਸੀ। ਜਵਾਬ ਦੇ ਕੇ ਜਦੋਂ ਹੀ ਉਹ ਜਾਣ ਲੱਗੀ ਤਾਂ ਮੇਰੀ ਆਵਾਜ਼ ਨੇ ਉਸ ਦੇ ਕਦਮ ਰੋਕ ਲਏ। ਮੈਂ ਉਸ ਨੂੰ ਪੁੱਛਿਆ ਕਿ ਇਹ ਤੇਰੇ ਚਿਹਰੇ 'ਤੇ ਲਾਲ ਨਿਸ਼ਾਨ ਕਿਸ ਤਰ੍ਹਾਂ ਦਾ ਪਿਆ? ਉਹ ਕਹਿਣ ਲੱਗੀ, ਮੈਂ ਅਲਮਾਰੀ ਦੇ ਉੱਪਰੋਂ ਜਾਲੇ ਲਾ ਰਹੀ ਸੀ ਤਾਂ ਉੱਪਰੋਂ ਡਿੱਗ ਪਈ। ਉਸਨੇ ਘਬਰਾ ਕੇ ਜਵਾਬ ਦਿੱਤਾ। ਮੈਂ ਕਿਹਾ, ਚਲੋ ਠੀਕ ਆ, ਤੂੰ ਜਾ। ਭਾਵੇਂ ਉਸ ਦੇ ਜਵਾਬ ਤੋਂ ਮੈਨੂੰ ਤਸੱਲੀ ਨਹੀਂ ਮਿਲੀ ਸੀ, ਪਰ ਫਿਰ ਵੀ ਮੈਂ ਉਸ ਨੂੰ ਜਾਣ ਦਿੱਤਾ। ਉਹ ਦਿਨ ਭਰ ਆਪਣੇ ਕੰਮਾਂ ਵਿੱਚ ਰੁੱਝੀ ਰਹਿੰਦੀ ਜਾਂ ਪਿਤਾ ਜੀ ਦੇ ਕਮਰੇ ਵਿੱਚ ਜਾ ਚਲੀ ਜਾਂਦੀ। ਇੱਕ ਸ਼ਾਮ ਉਹ ਮੇਰੇ ਲਈ ਚਾਹ ਬਣਾ ਕੇ ਮੇਰੇ ਕਮਰੇ 'ਚ ਆਈ। ਉਹ ਸਮੇਂ ਮੇਰਾ ਸਹੁਰਾ ਸ਼ਾਇਦ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਜਦੋਂ ਉਸਨੇ ਦਰਵਾਜ਼ਾ ਖੜਕਾਇਆ ਤਾਂ ਮੈਂ ਉਸ ਨੂੰ ਅੰਦਰ ਆਉਣ ਲਈ ਕਿਹਾ ਤੇ ਮੈਂ ਆਪਣਾ ਮੋਬਾਈਲ ਇੱਕ ਪਾਸੇ ਰੱਖ ਦਿੱਤਾ। ਉਹ ਬੋਲੀ, ਮੈਂ ਚਾਹ ਲੈ ਕੇ ਆਈ ਸੀ ਤੁਹਾਡੇ ਲਈ। ਮੈਂ ਕਿਹਾ, ਅੱਛਾ, ਇਸ ਨੂੰ ਇੱਥੇ ਰੱਖ ਦੇ। ਉਸਨੇ ਚਾਹ ਦੀ ਟਰੇ ਮੇਰੇ ਸਾਹਮਣੇ ਰੱਖ ਦਿੱਤੀ। ਸੁਮਨ ਨੇ ਕਿਹਾ, ਦੂਜੀ ਚਾਹ ਦਾ ਕੀ ਕਰਾਂ? ਮੈਂ ਇਹ ਚਾਹ ਤੁਹਾਡੇ ਸਹੁਰੇ ਲਈ ਬਣਾਈ ਸੀ, ਪਰ ਉਹ ਘਰ ਨਹੀਂ ਹਨ। ਮੈਂ ਕਿਹਾ, ਠੀਕ ਆ, ਕੋਈ ਗੱਲ ਨਹੀਂ, ਤੂੰ ਪੀ ਲਾ, ਸਗੋਂ ਤੂੰ ਵੀ ਮੇਰੇ ਕੋਲ ਬੈਠ ਆ ਕੇ ਪੀ, ਆਪਾਂ ਕੁਝ ਗੱਲਾਂ ਕਰ ਵੀ ਲਵਾਂਗੀਆਂ। ਮੇਰੀ ਗੱਲ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਕਿਹਾ, ਕੀ ਹੋਇਆ, ਰੋ ਕਿਉਂ ਰਹੀ ਆ? ਉਹ ਕਹਿਣ ਲੱਗੀ, ਕੁਝ ਨਹੀਂ, ਇੰਝ ਹੀ ਮੈਨੂੰ ਆਪਣੀ ਮਾਂ ਦੀ ਯਾਦ ਆ ਗਈ। ਉਹਨੇ ਅੱਖਾਂ ਮੀਚ ਕੇ ਕਿਹਾ, ਤੇਰੀ ਮਾਂ ਕਿੱਥੇ ਆ? ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਰੱਬ ਦੇ ਕੋਲ। ਉਸ ਦੀਆਂ ਅੱਖਾਂ ਵਿੱਚ ਬਹੁਤ ਸਾਰਾ ਪਾਣੀ ਸੀ। ਮੈਂ ਕਿਹਾ, ਤੇਰੇ ਪਿਤਾ ਜੀ? ਮੇਰੀ ਗੱਲ ਸੁਣ ਕੇ ਕੁਝ ਚਿਰ ਉਹ ਚੁੱਪ ਰਹੀ। ਫਿਰ ਉਸਨੇ ਕਿਹਾ, ਮੈਂ ਅਨਾਥ ਹਾਂ। ਸੁਮਨ ਨੂੰ ਉਦਾਸ ਦੇਖ ਕੇ ਮੈਂ ਗੱਲ ਬਦਲ ਦਿੱਤੀ। ਮੈਂ ਕਿਹਾ, ਮੈਂ 1-2 ਦਿਨ ਲਈ ਆਪਣੀ ਮਾਂ ਨੂੰ ਮਿਲਣ ਜਾ ਰਹੀ ਹਾਂ। ਸੁਮਨ ਕਹਿੰਦੀ, ਠੀਕ ਆ, ਇਸੇ ਲਈ ਤੁਸੀਂ ਬਹੁਤ ਖੁਸ਼ ਦਿਖਾਈ ਦੇ ਰਹੇ ਹੋ। ਮੈਂ ਕਿਹਾ, ਹਾਂ, ਕਿਉਂਕਿ ਮੈਂ ਵਿਆਹ ਤੋਂ ਦੂਜੀ ਵਾਰ ਆਪਣੀ ਮਾਂ ਨੂੰ ਮਿਲਣ ਜਾ ਰਹੀ ਸੀ। ਤੁਸੀਂ ਮੈਨੂੰ ਵੀ ਆਪਣੇ ਨਾਲ ਲੈ ਜਾਓਗੇ? ਮੈਂ ਕਿਹਾ, ਹਾਂ ਹਾਂ, ਚੱਲ ਮੇਰੇ ਨਾਲ, ਮੈਨੂੰ ਤਾਂ ਖੁਸ਼ੀ ਹੋਵੇਗੀ ਜੇ ਤੂੰ ਮੇਰੇ ਨਾਲ ਆਵੇਂਗੀ। ਸੁਮਨ ਨੇ ਕਿਹਾ, ਠੀਕ ਆ, ਫਿਰ ਮੈਂ ਤਿਆਰ ਹੋ ਜਾਨੀ ਆ। ਮੇਰੀ ਗੱਲ ਸੁਣ ਕੇ ਉਹ ਖੁਸ਼ ਹੋ ਗਈ। ਅੱਜ ਮੈਂ ਉਸ ਨੂੰ ਪਹਿਲੀ ਵਾਰ ਹੱਸਦੇ ਹੋਏ ਦੇਖਿਆ ਸੀ। ਉਹ ਘਰ ਦਾ ਸਾਰਾ ਕੰਮ ਜਲਦੀ ਨਿਪਟਾ ਕੇ ਤਿਆਰ ਹੋਣ ਲਈ ਕਮਰੇ ਵਿੱਚ ਚਲੀ ਗਈ। ਮੈਂ ਅਰਮਾਨ ਨੂੰ ਕਿਹਾ ਕਿ ਮੈਂ ਆਪਣੀ ਮਾਂ ਨੂੰ ਮਿਲਣ ਜਾ ਰਹੀ ਹਾਂ ਤੇ ਸੁਮਨ ਨੂੰ ਵੀ ਆਪਣੇ ਨਾਲ ਲੈ ਕੇ ਜਾ ਰਹੀ ਹਾਂ। ਉੱਥੇ ਜਾ ਕੇ ਉਹ ਕੀ ਕਰੇਗੀ? ਅਰਮਾਨ ਨੇ ਕਿਹਾ, ਕੋਮਲ ਬੇਟਾ, ਸੁਮਨ ਨੂੰ ਲੈ ਕੇ ਕੀ ਕਰੇਗੀ? ਮੇਰੇ ਸਹੁਰੇ ਨੇ ਵੀ ਕਿਹਾ, ਜੇ ਪਿੱਛੇ ਤੋਂ ਕੋਈ ਕੰਮ ਪੈ ਗਿਆ ਤਾਂ ਕੌਣ ਕਰੇਗਾ? ਤੂੰ ਇਕੱਲੀ ਚਲੀ ਜਾ, ਕਿਸੇ ਨੂੰ ਤਾਂ ਰਹਿਣ ਦੇ। ਪਰ ਪਿਤਾ ਜੀ, ਮੇਰੀ ਗੱਲ ਨੂੰ ਵਿਚਕਾਰੋਂ ਹੀ ਕੱਟਦੇ ਹੋਏ ਅਰਮਾਨ ਨੇ ਕਿਹਾ, ਹੁਣ ਪਿਤਾ ਜੀ ਨਾਲ ਬਹਿਸ ਨਾ ਕਰ, ਤੂੰ ਜਾ, ਤੇਰੀ ਮਾਂ ਨੂੰ ਤੇਰੀ ਉਡੀਕ ਕਰ ਰਹੀ ਹੋਵੇਗੀ। ਉਹ ਰਸੋਈ ਵਿੱਚ ਖੜੀ ਸੀ ਤੇ ਸਾਡੀਆਂ ਗੱਲਾਂ ਸੁਣ ਰਹੀ ਸੀ। ਮੈਂ ਉਸ ਕੋਲ ਜਾ ਕੇ ਕਿਹਾ, ਮੈਨੂੰ ਮਾਫ਼ ਕਰ ਦੇ, ਮੈਂ ਤੈਨੂੰ ਆਪਣੇ ਨਾਲ ਨਹੀਂ ਲੈ ਕੇ ਜਾ ਸਕਦੀ। ਮੇਰੀ ਗੱਲ ਸੁਣ ਕੇ ਉਹ ਮੁਸਕਰਾਈ ਤੇ ਕਿਹਾ, ਕੋਈ ਗੱਲ ਨਹੀਂ, ਤੁਸੀਂ ਮਾफ़ੀ ਕਿਉਂ ਮੰਗ ਰਹੇ ਹੋ? ਸੁਮਨ ਦੇ ਚਿਹਰੇ 'ਤੇ ਮੁਸਕਰਾਹਟ ਸੀ। ਮੈਨੂੰ ਬੜਾ ਅਜੀਬ ਲੱਗਾ। ਪਹਿਲਾਂ ਇਹ ਕੁੜੀ ਇਸ ਘਰ ਵਿੱਚ ਡਰ ਕੇ ਰਹਿੰਦੀ ਸੀ ਤੇ ਹੁਣ ਮੇਰੇ ਤੋਂ ਬਿਨਾਂ ਘਰ ਵਿੱਚ ਇਕੱਲੀ ਰਹਿਣ 'ਤੇ ਖੁਸ਼ ਦਿਖਾਈ ਦੇ ਰਹੀ ਆ। ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਹੁਣ ਇਹ ਤਾਂ ਨਹੀਂ ਕਿ ਸੁਮਨ ਨੂੰ ਵੀ ਪਿਤਾ ਜੀ ਦੇ ਨਾਲ ਰਹਿ ਕੇ ਮਜ਼ਾ ਆਉਣ ਲੱਗ ਗਿਆ ਹੋਵੇ। ਅਰਮਾਨ ਕਾਰ ਦੇ ਹਾਰਨ ਬਾਹਰ ਲਗਾਤਾਰ ਵਜਾ ਰਿਹਾ ਸੀ। ਮੈਂ ਜਲਦੀ ਬਾਹਰ ਨਿਕਲੀ। ਮਾਂ ਦੇ ਘਰ ਜਾ ਕੇ ਮੈਨੂੰ ਸ਼ਾਂਤੀ ਨਹੀਂ ਮਿਲੀ। ਸਾਰੀ ਰਾਤ ਬੇਚੈਨੀ ਨਾਲ
ਰਹੀ ਨਾ ਸੌਂ ਸਕੀ। ਅਗਲੇ ਦਿਨ ਸਵੇਰੇ ਹੀ ਆਪਣੇ ਘਰ ਵਾਪਸ ਆਈ। ਜਦੋਂ ਮੈਂ ਘਰ ਆਈ ਤਾਂ ਘਰ ਦੀ ਹਾਲਤ ਦੇਖ ਕੇ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ। ਸੁਮਨ ਬੁਖਾਰ ਨਾਲ ਤਪ ਰਹੀ ਸੀ ਤੇ ਮੇਰਾ ਪਤੀ ਅਰਮਾਨ ਉਸਦੇ ਸਿਰ ਤੇ ਠੰਡੀਆਂ ਪੱਟੀਆਂ ਕਰ ਰਿਹਾ ਸੀ। ਇਸ ਦਾ ਮਤਲਬ ਆ ਕਿ ਪਿਤਾ ਜੀ ਦੇ ਨਾਲ ਹੁਣ ਅਰਮਾਨ ਨੇ ਵੀ ਸੁਮਨ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਇਹ ਸਭ ਦੇਖ ਕੇ ਮੈਨੂੰ ਬੜਾ ਗੁੱਸਾ ਆਇਆ। ਮੈਂ ਕਿਹਾ, ਇਹ ਸਭ ਕੀ ਹੋ ਰਿਹਾ? ਤੂੰ ਸੁਮਨ ਕੋਲ ਕਿਉਂ ਬੈਠਾ? ਅਚਾਨਕ ਮੈਨੂੰ ਦੇਖ ਕੇ ਅਰਮਾਨ ਘਬਰਾ ਗਿਆ ਤੇ ਕਹਿਣ ਲੱਗਾ ਕਿ ਇਸ ਦੀ ਸਿਹਤ ਠੀਕ ਨਹੀਂ, ਪਾਪਾ ਜੀ ਵੀ ਘਰ ਨਹੀਂ। ਬੁਖਾਰ ਬਹੁਤ ਤੇਜ਼ ਸੀ, ਇਸ ਲਈ ਉਹ ਮੱਥੇ ਤੇ ਠੰਡੀਆਂ ਪੱਟੀਆਂ ਕਰ ਰਿਹਾ ਸੀ। ਪਰ ਜਿਸ ਤਰ੍ਹਾਂ ਅਰਮਾਨ ਅੱਖਾਂ ਝੁਕਾ ਕੇ ਗੱਲ ਕਰ ਰਿਹਾ ਸੀ, ਮੈਨੂੰ ਜ਼ਰੂਰ ਦਾਲ ਵਿੱਚ ਕੁਝ ਕਾਲਾ ਮਹਿਸੂਸ ਹੋਇਆ। ਇਸ ਦੌਰਾਨ ਅਰਮਾਨ ਮੇਰੇ ਤੋਂ ਅੱਖਾਂ ਚੁਰਾਉਂਦਾ ਹੋਇਆ ਬਾਹਰ ਚਲਾ ਗਿਆ। ਮੈਂ ਥੋੜੀ ਜਿਹੀ ਉੱਚੀ ਆਵਾਜ਼ ਵਿੱਚ ਸੁਮਨ ਨੂੰ ਪੁੱਛਿਆ, ਤੈਨੂੰ ਕੀ ਹੋਇਆ? ਸੁਮਨ ਵੀ ਸ਼ਾਇਦ ਡਰ ਗਈ ਸੀ। ਕਹਿਣ ਲੱਗੀ, ਕੁਝ ਨਹੀਂ, ਬਸ ਮੌਸਮੀ ਬੁਖਾਰ ਆ। ਮੈਂ ਉਸ ਨੂੰ ਛੂਹ ਕੇ ਦੇਖਿਆ। ਉਸ ਦਾ ਸਰੀਰ ਨਾਰਮਲ ਤਾਪਮਾਨ ਤੇ ਸੀ। ਮੈਂ ਕਿਹਾ, ਤੈਨੂੰ ਬੁਖਾਰ ਤਾਂ ਬਿਲਕੁਲ ਨਹੀਂ। ਸੁਮਨ ਨੇ ਕਿਹਾ ਕਿ ਅਰਮਾਨ ਜੀ ਕਾਫੀ ਦੇਰ ਤੋਂ ਮੇਰੇ ਸਿਰ ਤੇ ਪੱਟੀਆਂ ਕਰ ਰਹੇ ਹਨ, ਜਿਸ ਕਾਰਨ ਬੁਖਾਰ ਉਤਰ ਗਿਆ। ਉਹ ਇਹ ਕਹਿੰਦੇ ਹੋਏ ਰਸੋਈ 'ਚ ਚਲੀ ਗਈ। ਮੈਂ ਤੁਹਾਡੇ ਲਈ ਚਾਹ ਬਣਾ ਦਿੰਨੀ ਆ। ਇੱਕ ਦਿਨ ਮੈਂ ਸੁਮਨ ਨੂੰ ਪੁੱਛਿਆ ਕਿ ਜੇ ਮੈਂ ਇੱਕ ਗੱਲ ਪੁੱਛਾਂ ਤਾਂ ਮੈਨੂੰ ਸੱਚ-ਸੱਚ ਜਵਾਬ ਦੇਵੇਂਗੀ? ਸੁਮਨ ਨੇ ਕਿਹਾ, ਹਾਂ ਪੁੱਛੋ। ਮੈਂ ਕਿਹਾ, ਸੱਚ ਦੱਸ, ਤੂੰ ਰੋਜ਼ ਰਾਤ ਨੂੰ ਪਿਤਾ ਜੀ ਦੇ ਕਮਰੇ ਵਿੱਚ ਕਿਉਂ ਜਾਂਦੀ ਆ? ਆਖਰਕਾਰ ਉਹ ਹਰ ਰਾਤ ਤੁਹਾਡੇ ਤੋਂ ਕਿਸ ਤਰ੍ਹਾਂ ਦਾ ਕੰਮ ਕਰਵਾਉਂਦਾ? ਮੇਰੀ ਗੱਲ ਸੁਣ ਕੇ ਸੁਮਨ ਪੂਰੀ ਤਰ੍ਹਾਂ ਡਰ ਗਈ। ਮੈਂ ਕਿਹਾ, ਚਿੰਤਾ ਨਾ ਕਰ, ਤੂੰ ਮੈਨੂੰ ਆਪਣੀ ਭੈਣ ਸਮਝ ਤੇ ਸਭ ਕੁਝ ਦੱਸ ਸਕਦੀ ਆ। ਨਹੀਂ ਭੈਣ ਜੀ, ਅਜਿਹਾ ਕੁਝ ਨਹੀਂ। ਕਈ ਵਾਰ ਸਾਹਿਬ ਦੇ ਪੈਰਾਂ ਨੂੰ ਦਬਾਉਣਾ ਹੁੰਦਾ ਤੇ ਕਈ ਵਾਰ ਸਿਰ ਦੀ ਮਾਲਿਸ਼ ਕਰਨੀ ਹੁੰਦੀ ਆ, ਇਸੇ ਲਈ ਉਹ ਬੁਲਾ ਲੈਂਦੇ ਨੇ। ਸੁਮਨ ਚਲੀ ਗਈ, ਪਰ ਮੈਂ ਸੋਚਿਆ ਕਿ ਮੈਂ ਸੱਚਾਈ ਪਤਾ ਕਰਕੇ ਹੀ ਰਹੂੰਗੀ। ਬਹੁਤ ਹੋ ਗਿਆ ਇਹ ਚੂਹੀ ਬਿੱਲੇ ਦਾ ਖੇਡ। ਹੁਣ ਮੈਨੂੰ ਅਰਮਾਨ ਤੇ ਵੀ ਸ਼ੱਕ ਹੋਣ ਲੱਗ ਗਿਆ ਤੇ ਅਗਲੇ ਹੀ ਦਿਨ ਮੈਨੂੰ ਇਹ ਮੌਕਾ ਮਿਲ ਗਿਆ। ਸਬਜ਼ੀ ਕੱਟਦੇ ਹੋਏ ਸੁਮਨ ਦਾ ਹੱਥ ਜ਼ਖਮੀ ਹੋ ਗਿਆ। ਮੈਂ ਕਿਹਾ, ਜਿਹਾ ਕਰ, ਕਮਰੇ ਵਿੱਚ ਜਾ ਕੇ ਆਰਾਮ ਕਰ। ਜੇਕਰ ਪਾਪਾ ਜੀ ਨੂੰ ਕੋਈ ਕੰਮ ਹੋਵੇਗਾ ਤਾਂ ਮੈਂ ਉਹਨਾਂ ਨੂੰ ਕਹਿ ਦੇਵਾਂਗੀ ਕਿ ਉਸਦੇ ਹੱਥ ਤੇ ਸੱਟ ਲੱਗੀ ਆ। ਸੁਮਨ ਆਪਣੇ ਕਮਰੇ 'ਚ ਚਲੀ ਗਈ। ਜਦੋਂ ਉਹ ਖਾਣਾ ਖਾ ਕੇ ਵਿਹਲੇ ਹੋਏ ਤਾਂ ਪਿਤਾ ਜੀ ਆਪਣੇ ਕਮਰੇ ਵਿੱਚ ਜਾਣ ਲੱਗੇ ਤੇ ਕਹਿਣ ਲੱਗੇ, ਕੋਮਲ ਪੁੱਤਰ, ਅਜਿਹਾ ਕਰ, ਸੁਮਨ ਨੂੰ ਮੇਰੇ ਕਮਰੇ ਵਿੱਚ ਭੇਜ ਦੇ। ਮੈਂ ਕਿਹਾ, ਠੀਕ ਆ ਪਾਪਾ ਜੀ। ਜਿਵੇਂ ਹੀ ਅਰਮਾਨ ਕਮਰੇ ਵਿੱਚ ਗਏ ਤੇ ਮੈਂ ਜਲਦੀ ਨਾਲ ਸਾਰੇ ਘਰ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਤੇ ਸੁਮਨ ਦੀ ਬਜਾਏ ਮੈਂ ਪਾਪਾ ਜੀ ਦੇ ਕਮਰੇ 'ਚ ਚਲੀ ਗਈ। ਮੈਂ ਜਾਣਨਾ ਚਾਹੁੰਦੀ ਸੀ ਕਿ ਸੁਮਨ ਤੇ ਪਾਪਾ ਜੀ ਹਰ ਰਾਤ ਕਮਰੇ ਵਿੱਚ ਇਕੱਲੇ ਕੀ ਕਰਦੇ ਹਨ। ਮੈਂ ਹੌਲੀ-ਹੌਲੀ ਦਰਵਾਜ਼ਾ ਖੋਲ੍ਹਿਆ। ਕਮਰੇ ਵਿੱਚ ਹਨੇਰਾ ਸੀ। ਚੰਨ ਦੀ ਰੌਸ਼ਨੀ ਖਿੜਕੀ ਰਾਹੀਂ ਅੰਦਰ ਆ ਰਹੀ ਸੀ, ਪਰ ਇੰਨੀ ਨਹੀਂ ਸੀ ਪਿਤਾ ਜੀ ਮੈਨੂੰ ਪਛਾਣ ਸਕਣ। ਦਰਵਾਜ਼ਾ ਖੋਲ੍ਹਦਿਆਂ ਹੀ ਮੈਂ ਅੰਦਰ ਚਲੀ ਗਈ। ਪਿਤਾ ਜੀ ਨੇ ਕਿਹਾ, ਸੁਮਨ ਆ ਗਈ? ਅੱਜ ਤੈਨੂੰ ਇੰਨੀ ਦੇਰ ਕਿਉਂ ਹੋ ਗਈ? ਮੈਂ ਉੱਥੇ ਖੜੀ ਰਹੀ ਤੇ ਅੱਗੇ ਨਹੀਂ ਗਈ। ਪਾਪਾ ਜੀ ਨੇ ਫਿਰ ਕਿਹਾ, ਸੁਮਨ ਸ਼ਰਮਾਨ ਆ, ਮੇਰੇ ਕੋਲ ਆ ਬੈਠ। ਸੁਮਨ, ਤੇਰੀ ਅਜਿਹੀ ਆਦਤ ਪੈ ਗਈ ਆ ਕਿ ਤੇਰੇ ਬਿਨਾਂ ਇੱਕ ਪਲ ਵੀ ਸ਼ਾਂਤੀ ਨਹੀਂ ਮਿਲਦੀ। ਜਦੋਂ ਵੀ ਤੂੰ ਮੇਰੇ ਨੇੜੇ ਹੁੰਨੀ ਆ ਤਾਂ ਇਉਂ ਲੱਗਦਾ ਜਿਵੇਂ ਮੇਰੀ ਜਵਾਨੀ ਮੁੜ ਪਰਤ ਆਈ ਹੋਵੇ। ਮੇਰੇ ਸਹੁਰੇ ਦੀਆਂ ਇਹ ਗੱਲਾਂ ਸੁਣ ਕੇ ਮੇਰੇ ਤਾਂ ਹੋਸ਼ ਉੱਡ ਗਏ। ਇਸ ਤੋਂ ਪਹਿਲਾਂ ਕਿ ਮੇਰਾ ਸਹੁਰਾ ਮੇਰੇ ਨਾਲ ਕੋਈ ਗਲਤ ਹਰਕਤ ਕਰੇ, ਮੈਂ ਗੁੱਸੇ ਨਾਲ ਕੰਬਦੀ ਆਵਾਜ਼ ਵਿੱਚ ਕਿਹਾ, ਪਾਪਾ ਜੀ, ਮੈਂ ਕੋਮਲ ਆ। ਗੁੱਸੇ ਦੀ ਹਾਲਤ ਵਿੱਚ ਮੈਂ ਬਾਹਰ ਆ ਕੇ ਸਵਿੱਚ ਛੱਡ ਦਿੱਤਾ। ਸਾਰੇ ਘਰ ਵਿੱਚ ਰੌਸ਼ਨੀ ਆ ਗਈ। ਮੇਰੇ ਸਹੁਰੇ ਦੀ ਹਾਲਤ ਵਿਗੜ ਚੁੱਕੀ ਸੀ। ਉਹ ਦੌੜਦਾ ਮੇਰੇ ਕੋਲ ਆਇਆ। ਮੈਨੂੰ ਆਪਣੇ ਸਹੁਰੇ ਤੇ ਗੁੱਸਾ ਸੀ। ਪਾਪਾ, ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਕ ਛੋਟੀ ਬੱਚੀ ਨਾਲ ਅਜਿਹਾ ਗਲਤ ਕੰਮ ਕਰਦੇ ਹੋਏ? ਤੁਸੀਂ ਤਾਂ ਉਸ ਛੋਟੀ ਕੁੜੀ ਨੂੰ ਵੀ ਨਹੀਂ ਬਖਸ਼ਿਆ ਜੋ ਤੁਹਾਡੇ ਤੋਂ 3 ਗੁਣਾ ਛੋਟੀ ਆ। ਮੇਰੀਆਂ ਚੀਕਾਂ ਸੁਣ ਕੇ ਅਰਮਾਨ ਵੀ ਕਮਰੇ ਤੋਂ ਬਾਹਰ ਆ ਗਏ। ਪਾਪਾ ਜੀ ਤਾਂ ਕੁਝ ਨਹੀਂ ਬੋਲ ਰਹੇ ਸੀ, ਉਹ ਸਿਰਫ ਅੱਖਾਂ ਨੀਵੀਆਂ ਕਰਕੇ ਖੜੇ ਸਨ। ਅਰਮਾਨ ਨੇ ਪੁੱਛਿਆ, ਕੀ ਗੱਲ ਹੋ ਗਈ? ਇੰਨੀ ਦੇਰ ਰਾਤ ਨੂੰ ਕੀ ਹੋ ਗਿਆ? ਮੈਂ ਕਿਹਾ, ਮੈਂ ਹੁਣ ਸਿਰਫ ਘਰ ਵਿੱਚ ਰੌਲਾ ਪਾ ਰਹੀ ਹਾਂ। ਹੁਣ ਮੈਂ ਬਾਹਰ ਜਾ ਕੇ ਵੀ ਸਾਰਿਆਂ ਨੂੰ ਦੱਸਾਂਗੀ ਕਿ ਤੁਹਾਡੇ ਪਿਓ ਦਾ ਚਿਹਰਾ ਵਾਸ਼ਨਾ ਵਿੱਚ ਲਪੇਟਿਆ ਹੋਇਆ। ਹੁਣ ਮੈਨੂੰ ਡਰ ਲੱਗ ਰਿਹਾ ਕਿ ਇਸ ਘਰ ਵਿੱਚ ਮੇਰੀ ਇੱਜ਼ਤ ਸੁਰੱਖਿਅਤ ਹੈ ਜਾਂ ਨਹੀਂ। ਇਹ ਆਦਮੀ ਤਾਂ ਇੰਨਾ ਵਾਸ਼ਨਾ ਨਾਲ ਭਰਿਆ ਹੋਇਆ ਹੈ ਕਿ ਇਹ ਆਪਣੇ ਤੋਂ 3 ਗੁਣਾ ਛੋਟੀ ਉਮਰ ਦੀ ਕੁੜੀ ਨੂੰ ਵੀ ਨਹੀਂ ਛੱਡਦਾ। ਜੋ ਇਸ ਨੂੰ ਮੌਕਾ ਮਿਲੇਗਾ ਕਿ ਇਹ ਮੈਨੂੰ ਛੱਡ ਦੇਵੇਗਾ। ਬਸ ਇੰਨਾ ਕਹਿਣ ਦੀ ਦੇਰ ਸੀ ਕਿ ਅਰਮਾਨ ਦਾ ਹੱਥ ਉੱਠਿਆ ਤੇ ਮੇਰੀ ਗੱਲ ਤੇ ਨਿਸ਼ਾਨ ਪੈ ਗਏ। ਮੈਂ ਆਪਣੀ ਗੱਲ ਫੜੀ ਤੇ ਅਰਮਾਨ ਵੱਲ ਦੇਖ ਰਹੀ ਸੀ। ਇਹ ਕਿਹੋ ਜਿਹਾ ਇਨਸਾਫ ਆ? ਜੋ ਗਲਤ ਕਰੇ ਉਸ ਦਾ ਬਚਾਵ ਕਰੋ ਤੇ ਸੱਚ ਦਾ ਸਾਥ ਦੇਣ ਵਾਲੇ ਨੂੰ ਸਜ਼ਾ ਦਿਓ। ਮੈਂ ਰੋਂਦੀ ਹੋਈ ਨੇ ਕਿਹਾ ਕਿ ਅਰਮਾਨ, ਮੈਂ ਕਿਵੇਂ ਭੁੱਲ ਗਈ ਕਿ ਤੂੰ ਇਹ ਵੀ ਇਸ ਬਾਪ ਦਾ ਹੀ ਪੁੱਤ ਆ। ਮੈਨੂੰ ਲੱਗਦਾ ਕਿ ਪਿਓ ਦੇ ਨਾਲ ਤੂੰ ਵੀ ਪੂਰੇ ਮਜ਼ੇ ਲੈਣਾ। ਮੈਂ ਕੁਝ ਹੋਰ ਕਹਿੰਦੀ ਇਸ ਤੋਂ ਪਹਿਲਾਂ ਅਰਮਾਨ ਨੇ ਫਿਰ ਮੇਰੇ ਤੇ ਹੱਥ ਚੁੱਕਿਆ, ਪਰ ਇਸ ਵਾਰ ਹੱਥ ਹਵਾ ਵਿੱਚ ਹੀ ਰੋਕ ਲਿਆ ਤੇ ਕਿਹਾ, ਕੋਮਲ, ਜਿਸ ਗੱਲ ਦੀ ਜਾਣਕਾਰੀ ਨਾ ਹੋਵੇ ਤੈਨੂੰ ਉਸ ਬਾਰੇ ਨਹੀਂ ਬੋਲਣਾ ਚਾਹੀਦਾ। ਪੂਰਾ ਸੱਚ ਨਹੀਂ ਜਾਣਦੀ। ਮੈਂ ਤੈਨੂੰ ਦੱਸਦਾ ਸੱਚ ਕੀ ਆ। ਅਸਲ ਵਿੱਚ ਸੁਮਨ ਦੀ ਮਾਂ ਦੀ ਮੌਤ ਹੋ ਗਈ ਸੀ। ਸੁਮਨ ਦਾ ਪਿਤਾ ਇੱਕ ਸ਼ਰਾਬੀ ਤੇ ਜੁਆਰੀ ਸੀ ਅਤੇ ਉਸਨੇ ਸੁਮਨ ਨੂੰ ਪੈਸਿਆਂ ਲਈ ਵੇਚ ਦਿੱਤਾ। ਇਸ ਤੋਂ ਪਹਿਲਾਂ ਆ ਕੇ
ਸੁਮਨ ਦੇ ਪਿਤਾ ਉਸ ਨੂੰ ਜਵਾਰੀ ਦੇ ਹਵਾਲੇ ਕਰਦੇ। ਪਿਤਾ ਜੀ ਪਹੁੰਚ ਗਏ। ਸੁਮਨ ਦੇ ਪਿਤਾ ਜੀ ਨੂੰ ਪੈਸੇ ਦੇ ਕੇ ਸੁਮਨ ਨਾਲ ਇੱਕ ਮੰਦਿਰ 'ਚ ਵਿਆਹ ਕਰਵਾ ਲਿਆ ਅਤੇ ਸੁਮਨ ਉਹਨਾਂ ਦੀ ਪਤਨੀ ਆ। ਪਾਪਾ ਜੀ ਕਿਸੇ ਕੰਮ ਲਈ ਨੇੜਲੇ ਪਿੰਡ ਗਏ ਹੋਏ ਸਨ। ਉੱਥੇ ਹੀ ਇਹ ਸਾਰਾ ਮਾਮਲਾ ਵਾਪਰਿਆ ਸੀ, ਜਿਸ ਵਿੱਚ ਸੁਮਨ ਦੇ ਪਿਤਾ ਵੱਲੋਂ ਸੁਮਨ ਨੂੰ ਜਵਾਰੀ ਨੂੰ ਵੇਚਿਆ ਗਿਆ। ਉਹ ਜਵਾਰੀ ਪਿੰਡ ਦੇ ਠਾਕੁਰ ਦਾ ਭਰਾ ਸੀ। ਉਹ ਕਿਸੇ ਵੀ ਕੀਮਤ ਤੇ ਸੁਮਨ ਨੂੰ ਛੱਡਣਾ ਨਹੀਂ ਚਾਹੁੰਦਾ ਸੀ। ਉਹਨਾਂ ਦਾ ਮੇਰੇ ਪਿਤਾ ਨਾਲ ਵੀ ਝਗੜਾ ਹੋਇਆ ਸੀ। ਪਿਤਾ ਜੀ ਚਾਹੁੰਦੇ ਸੀ ਕਿ ਸੁਮਨ ਦਾ ਵਿਆਹ ਪਿੰਡ ਦੇ ਹੀ ਕਿਸੇ ਲੜਕੇ ਨਾਲ ਕਰਾ ਦਿੱਤਾ ਜਾਵੇ ਤਾਂ ਜੋ ਉਹ ਸੁਰੱਖਿਅਤ ਰਹੇ, ਪਰ ਪਿੰਡ ਦਾ ਕੋਈ ਵੀ ਮੁੰਡਾ ਉਸ ਨਾਲ ਵਿਆਹ ਕਰਨ ਨੂੰ ਤਿਆਰ ਨਹੀਂ ਸੀ, ਕਿਉਂਕਿ ਠਾਕੁਰ ਦਾ ਪੂਰੇ ਪਿੰਡ ਤੇ ਦਬਦਬਾ ਸੀ। ਪਿਤਾ ਜੀ ਸੁਮਨ ਨੂੰ ਉਸ ਪਿੰਡ ਵਿੱਚ ਨਹੀਂ ਛੱਡ ਸਕਦੇ ਸੀ ਤੇ ਨਾ ਹੀ ਇੱਕ ਨੌਜਵਾਨ ਕੁੜੀ ਨੂੰ ਆਪਣੇ ਘਰ ਵਿੱਚ ਰੱਖ ਸਕਦੇ ਸੀ। ਸੁਮਨ ਦੀ ਜਾਨ ਬਚਾਉਣ ਲਈ ਪਿਤਾ ਜੀ ਨੇ ਮਜਬੂਰੀ ਵਿੱਚ ਉਸ ਨਾਲ ਪਿੰਡ ਦੇ ਮੰਦਿਰ ਵਿੱਚ ਵਿਆਹ ਕਰਵਾ ਲਿਆ ਤੇ ਪੁਲਿਸ ਨੂੰ ਦੱਸਿਆ ਕਿ ਲੋਕ ਮੈਨੂੰ ਅਤੇ ਮੇਰੀ ਪਤਨੀ ਨੂੰ ਤੰਗ ਪਰੇਸ਼ਾਨ ਕਰਦੇ ਆ। ਭਾਵੇਂ ਪੁਲਿਸ ਠਾਕੁਰ ਨਾਲ ਮਿਲੀ ਹੋਈ ਸੀ, ਪਰ ਜਦੋਂ ਪਿਤਾ ਜੀ ਦਾ ਵਿਆਹ ਹੋ ਗਿਆ ਤਾਂ ਪੁਲਿਸ ਕੁਝ ਨਾ ਕਰ ਸਕੀ, ਕਿਉਂਕਿ ਸੁਮਨ 18 ਸਾਲ ਪੂਰੇ ਕਰਨ ਵਾਲੀ ਸੀ ਤੇ ਇਹ ਬਾਲਗ ਹੋ ਚੁੱਕੀ ਸੀ। ਪਾਪਾ ਨੇ ਮੈਨੂੰ ਇਹ ਸਾਰੀ ਘਟਨਾ ਦੱਸੀ ਅਤੇ ਇਹ ਵੀ ਕਿਹਾ ਕਿ ਤੂੰ ਕੋਮਲ ਨੂੰ ਸਭ ਕੁਝ ਸਮਝਾ ਦੇਵੀਂ, ਪਰ ਮੈਂ ਆਪਣੇ ਪਿਤਾ ਨੂੰ ਕਿਹਾ ਕਿ ਹੁਣ ਕੋਮਲ ਨੂੰ ਕੁਝ ਨਾ ਦੱਸੋ, ਪਹਿਲਾਂ ਕੋਮਲ ਨੂੰ ਸਾਡੇ ਮਾਹੌਲ ਵਿੱਚ ਢਲ ਜਾ ਲੈਣ ਦਿਓ, ਉਹ ਸਾਨੂੰ ਥੋੜਾ ਸਮਝ ਲਵੇਗੀ, ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਕੋਮਲ ਨੂੰ ਸਭ ਕੁਝ ਦੱਸ ਦੇਵਾਂਗੇ, ਕਿਉਂਕਿ ਤੂੰ ਨਵਾਂ ਵਿਆਹ ਕਰਵਾ ਕੇ ਇਸ ਘਰ ਵਿੱਚ ਆਈ ਸੀ। ਫਿਰ ਪਤਾ ਨਹੀਂ ਤੂੰ ਸਾਡੇ ਬਾਰੇ ਕੀ ਸੋਚਦੀ, ਤੂੰ ਸ਼ਾਇਦ ਸੋਚਦੀ ਕਿ ਅਸੀਂ ਝੂਠ ਬੋਲ ਰਹੇ ਹਾਂ। ਮੈਂ ਅਰਮਾਨ ਅਤੇ ਮੇਰੇ ਸਹੁਰੇ ਨਾਲ ਅੱਖ ਨਹੀਂ ਮਿਲਾ ਪਾ ਰਹੀ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਮੈਂ ਕਿਹਾ, ਅਰਮਾਨ ਮੈਨੂੰ ਮਾਫ਼ ਕਰ ਦਿਓ। ਅਰਮਾਨ ਬੋਲੇ, ਮਾफ़ੀ ਮੇਰੇ ਤੋਂ ਨਹੀਂ, ਪਿਤਾ ਜੀ ਤੋਂ ਮੰਗ। ਮੈਂ ਪਿਤਾ ਜੀ ਤੋਂ ਮਾफ़ੀ ਮੰਗੀ। ਮੇਰਾ ਸਹੁਰਾ ਬਹੁਤ ਚੰਗਾ ਸੀ, ਉਸਨੇ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਮਾफ़ ਕਰ ਦਿੱਤਾ। ਜਿਵੇਂ ਹੀ ਮੇਰੇ ਸਹੁਰੇ ਨੇ ਮੈਨੂੰ ਮਾफ़ ਕੀਤਾ, ਅਰਮਾਨ ਨੇ ਵੀ ਮੈਨੂੰ ਮਾफ़ ਕਰ ਦਿੱਤਾ। ਅਰਮਾਨ ਨੇ ਕਿਹਾ, ਇਸ ਲਈ ਕਹਿੰਦੇ ਹਨ ਕਿ ਬਿਨਾਂ ਪੂਰੀ ਗੱਲ ਜਾਣੇ ਕੋਈ ਫੈਸਲਾ ਨਾ ਲਓ, ਨਹੀਂ ਤਾਂ ਨੁਕਸਾਨ ਤੁਹਾਡਾ ਹੀ ਹੋਵੇਗਾ। ਅਰਮਾਨ ਅਤੇ ਪਾਪਾ ਜੀ ਆਪੋ ਆਪਣੇ ਕਮਰੇ 'ਚ ਚਲੇ ਗਏ। ਮੈਂ ਵੀ ਉੱਠ ਕੇ ਸੁਮਨ ਦੇ ਕਮਰੇ 'ਚ ਚਲੀ ਗਈ। ਸੁਮਨ ਲੇਟ ਰਹੀ ਸੀ। ਮੈਂ ਸੁਮਨ ਦੇ ਕੋਲ ਬੈਠ ਗਈ ਤੇ ਉਸ ਦਾ ਹੱਥ ਆਪਣੇ ਹੱਥ ਵਿੱਚ ਲੈਂਦਿਆਂ ਕਿਹਾ, ਸੁਮਨ ਮੈਨੂੰ ਮਾਫ਼ ਕਰ ਦੇ, ਮੈਂ ਤੈਨੂੰ ਵੀ ਗਲਤ ਸਮਝਿਆ। ਸੁਮਨ ਝੱਟ ਉੱਠ ਕੇ ਬੈਠ ਗਈ। ਸੁਮਨ ਮੇਰੇ ਵੱਲ ਨਾ ਸਮਝੀ ਨਾਲ ਵੇਖਣ ਲੱਗੀ। ਸ਼ਰਮਿੰਦਾ ਹੋ ਕੇ ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਮੇਰੀ ਗੱਲ ਸੁਣ ਕੇ ਸੁਮਨ ਮੁਸਕਰਾਈ ਤੇ ਕਹਿਣ ਲੱਗੀ, ਮੈਂ ਜਾਣਦੀ ਸੀ ਕਿ ਤੁਸੀਂ ਮੇਰੇ ਅਤੇ ਆਪਣੇ ਸਹੁਰੇ ਬਾਰੇ ਕੀ ਸੋਚਦੇ ਹੋ, ਪਰ ਮੈਂ ਤੁਹਾਡੇ ਨਾਲ ਨਾਰਾਜ਼ ਨਹੀਂ ਹਾਂ। ਤੁਹਾਨੂੰ ਮੇਰੇ ਤੋਂ ਮਾਫ਼ੀ ਮੰਗਣ ਦੀ ਕੋਈ ਲੋੜ ਨਹੀਂ, ਕਿਉਂਕਿ ਅਜਿਹੇ ਹਾਲਾਤਾਂ ਵਿੱਚ ਤੁਹਾਡਾ ਸ਼ੱਕੀ ਹੋਣਾ ਸਹੀ ਹੈ। ਮੈਂ ਸੁਮਨ ਨੂੰ ਪੁੱਛਿਆ, ਸੁਮਨ ਫਿਰ ਤੂੰ ਇੰਨੀ ਡਰੀ ਹੋਈ ਕਿਉਂ ਰਹਿੰਦੀ ਸੀ? ਸੁਮਨ ਕਹਿਣ ਲੱਗੀ, ਮੈਨੂੰ ਡਰ ਸੀ ਕਿ ਕਿਤੇ ਇਹ ਘਰ ਵੀ ਮੇਰੇ ਕੋਲੋਂ ਖੋਹ ਨਾ ਲਿਆ ਜਾਵੇ। ਮੁੜ ਆਪਣੇ ਪਿਤਾ ਦੇ ਘਰ ਨਹੀਂ ਜਾਣਾ ਚਾਹੁੰਦੀ ਸੀ। ਮੈਂ ਇੱਥੇ ਬਹੁਤ ਖੁਸ਼ ਹਾਂ, ਮੈਨੂੰ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ। ਤੇਰਾ ਸਹੁਰਾ ਵੀ ਮੇਰਾ ਬਹੁਤ ਖਿਆਲ ਰੱਖਦਾ, ਮੈਨੂੰ ਬਹੁਤ ਪਿਆਰ ਕਰਦਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇੰਨਾ ਚੰਗਾ ਤੇ ਪਿਆਰ ਕਰਨ ਵਾਲਾ ਜੀਵਨ ਸਾਥੀ ਮਿਲੇਗਾ। ਮੇਰਾ ਮੰਨਣਾ ਹੈ ਕਿ ਉਹ ਮੇਰੇ ਤੋਂ ਵੱਡਾ ਹੈ, ਪਰ ਜਦੋਂ ਮਨ ਇੱਕ ਦੂਜੇ ਨਾਲ ਮਿਲ ਜਾਂਦੇ ਹਨ ਤਾਂ ਉਮਰ ਦੇ ਫਾਸਲੇ ਆਪਣੇ ਆਪ ਮਿਟ ਜਾਂਦੇ ਹਨ। ਜਦੋਂ ਵੀ ਮੈਂ ਤੇਰੇ ਸਹੁਰੇ ਦੇ ਕਮਰੇ ਵਿੱਚ ਜਾਂਦੀ ਸੀ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਸੀ। ਕਦੇ ਕਦੇ ਉਹ ਹੰਝੂ ਖੁਸ਼ੀ ਦੇ ਹੁੰਦੇ ਸੀ ਤੇ ਕਦੇ ਉਦਾਸੀ ਦੇ। ਉਦਾਸੀ ਦੇ ਇਸ ਲਈ ਕਿਉਂਕਿ ਮੈਨੂੰ ਆਪਣੇ ਪਿਤਾ ਦੇ ਕਾਲੇ ਕਾਰਨਾਮੇ ਯਾਦ ਆ ਜਾਂਦੇ ਸਨ। ਕਈ ਵਾਰ ਮੈਂ ਮਾਂ ਨੂੰ ਯਾਦ ਕਰਕੇ ਰੋਣ ਲੱਗ ਪੈਂਦੀ, ਪਰ ਤੇਰੇ ਸਹੁਰੇ ਨੇ ਮੇਰਾ ਬਹੁਤ ਸਾਥ ਦਿੱਤਾ। ਉਹ ਮੇਰੀਆਂ ਸਾਰੀਆਂ ਬੁਰੀਆਂ ਯਾਦਾਂ ਨੂੰ ਮੇਰੇ ਦਿਲ ਅਤੇ ਦਿਮਾਗ ਤੋਂ ਹਟਾਉਣ ਵਿੱਚ ਮੇਰੀ ਮਦਦ ਕੀਤੀ। ਬਹੁਤ ਚੰਗੇ ਹਨ, ਉਹ ਮੇਰੇ ਲਈ ਦੇਵਤਾ ਵਰਗੇ ਹਨ। ਇਸ ਲਈ ਸ਼ਾਇਦ ਮੈਂ ਰੋਂਦਾ ਚਿਹਰਾ ਦੇਖ ਕੇ ਤੁਸੀਂ ਸੋਚਿਆ ਹੋਵੇਗਾ ਕਿ ਇੱਥੇ ਮੈਂ ਉਦਾਸ, ਪਰੇਸ਼ਾਨ ਅਤੇ ਹਰ ਸਮੇਂ ਰੋਂਦੀ ਰਹਿੰਦੀ ਹਾਂ। ਸੁਮਨ ਦਾ ਦਿਲ ਮੇਰੇ ਲਈ ਬਹੁਤ ਮਾੜਾ ਨਹੀਂ ਸੀ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਅਸੀਂ ਦੋਵਾਂ ਨੂੰ ਸੱਸ ਇੱਕ ਦੂਜੇ ਨਾਲ ਬਹੁਤ ਪਿਆਰ ਨਾਲ ਰਹਿਣ ਲੱਗੀਆਂ। ਉਸਨੇ ਖੁਦ ਹੀ ਮੈਨੂੰ ਇਨਕਾਰ ਕਰ ਦਿੱਤਾ ਕਿ ਤੁਸੀਂ ਮੈਨੂੰ ਸੱਸ ਨਹੀਂ ਆਖਣਾ, ਅਸੀਂ ਦੋਵੇਂ ਦੋਸਤਾਂ ਵਾਂਗ ਰਹਿਣ ਲੱਗੀਆਂ। ਇਸ ਬਾਰੇ ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਕੀਤੀਆਂ, ਪਰ ਅਸੀਂ ਕਿਸੇ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਜੇਕਰ ਲੋਕਾਂ ਦੀਆਂ ਗੱਲਾਂ ਦਾ ਧਿਆਨ ਰੱਖਦੇ ਤਾਂ ਅਸੀਂ ਆਪਣੀ ਜ਼ਿੰਦਗੀ ਚੰਗੇ ਤਰੀਕੇ ਨਾਲ ਨਹੀਂ ਜੀ ਸਕਦੇ। ਬਸ ਲੋਕਾਂ ਦੀਆਂ ਗੱਲਾਂ ਵਿੱਚ ਫਸੇ ਰਹਿ ਜਾਵਾਂਗੇ। ਇਸ ਲਈ ਆਪਣੀ ਮਰਜ਼ੀ ਮੁਤਾਬਕ ਜ਼ਿੰਦਗੀ ਜੀਓ, ਲੋਕਾਂ ਦੀਆਂ ਗੱਲਾਂ ਦੀ ਪਰਵਾਹ ਕਰਨੀ ਛੱਡ ਦਿਓ। ਅੱਜ ਸਾਡਾ ਪਰਿਵਾਰ ਇੱਕ ਹੈ ਤੇ ਇੱਕ ਖੁਸ਼ਹਾਲ ਪਰਿਵਾਰ ਹੈ। ਸੋ ਦੋਸਤੋ, ਤੁਹਾਨੂੰ ਕੋਮਲ ਦੇ ਸਹੁਰੇ ਨੇ ਜੋ ਸੁਮਨ ਨਾਲ ਕੀਤਾ ਉਹ ਸਹੀ ਲੱਗਿਆ ਜਾਂ ਗਲਤ, ਕਿਰਪਾ ਕਰਕੇ ਆਪਣੀ ਟਿੱਪਣੀ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਹੋਰ ਕਹਾਣੀਆਂ ਸੁਣਨ ਲਈ HR ਪੰਜਾਬੀ ਕਹਾਣੀਆਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।